कहे अचल मूरत अनभव प्रकाश अमितोज कहे जय कोट इंद्र इंद्राण साहि साहान गणिजय त्रिभवन महीप सुर नर असुर नेत नेत बण तृण कहत त्वै सर्ब नाम कथै कवन करम नाम बरनत सुमत गुरु नानक पद पंकज बंदन पद पंकज बंदन सिमरो अंगद दुख निकंदन। गुरु अमरदास हृदय नित ध्यामो गुर हृदय नित ध्यामो श्री गुरु रामदास गुण गावो गुरु अर्जुन विघ्नन के नासक विघ्नन के नाशक श्री हर गोबिंद शुभ सुमत परकाश श्री हर राय नमो कर जोरी नमो कर जोरी श्री हर कृष्ण मनाओ बहोरी गुर तेग बहादुर परम कृपाला सतगुर परम कृपाला श्री गुरु गोविंद सिंह विसाला तरो तरा तर पुन पुन सीसा वाहिगुरु पुन पुन सीसा बंदो बार बार जगदीसा एक अंकारा सतगुरु तेह प्रसाद सच होए वाहिगुरु जी की फतेह विघ्न विनाशन सोए गुरु का शब्द कमाए जिन जीते पंच विकार तिन संतन को बंदना सिर चरणन पर तार कहाँ बुद्ध प्रभु तुझ हमारी बरन सकै महिमा जो तिहारी हम ना सकत कार सिहुत तुम्हारी आप ले हो तुम कथा सुधारी हम ना सकत कार आप ले हो तुम कथा सुधारी। सतनाम श्री वाहिगुरु आवाज कर साहिब जीओ सतनाम श्री वाहिगुरु साहिब जीओ सोरठ महला नामा ये जग मीत न देखियो कोई सगल जगत अपने सुख लाग्यो दुख में संग न होई ये जग मीत न देखियो कोई सगल जगत अपने सुख लाग्यो दुख में संग न होई रहा दारा मीत पूत संबंधी सगरे धन स्यों लागे जब ही निर्धन देखियो नर को संग छोड़ चाड़ सब भागे कहो कहाँ मन बोरे कौन स्यों ने लगायो दीनानाथ सकल पै पंजन जसता को बिसरायो स्या स्वान पूछ ज्यों भयो ना सुधो बहुत जतन मैं किनो नानक लाज बिरद की राखो नाम तुहारो लीनो स्वान पूछ ज्यों भयो ना सुधो बहुत जतन मैं कीनो नानक लाज बिरद की राखो नाम तुहारो लीनो।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ। ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਪਏ, ਤਾਂ ਔਗਣ ਸਭ ਛਪੇ। ਆਰ ਜਾਤ ਇਹ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ। ਸੱਚੇ ਪਾਤਸ਼ਾਹ ਧੰਨ ਧੰਨ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਅਤੇ ਗੁਰਬਾਣੀ ਸਰਵਣ ਕਰਨ ਦੇ ਲਈ ਸਮੂਹ ਸਾਧ ਸੰਗਤ ਸ਼ਾਮਾਂ ਦੇ ਦੀਵਾਨ 'ਚ ਇਕੱਤਰਿਤ ਹੁੰਦੇ ਹੋ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਪਾਵਨ ਪਵਿੱਤਰ ਜਨਮ 1621 ਈਸਵੀ ਗੁਰੂ ਕੇ ਮਹਿਲ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਸਤਿਗੁਰੂ ਜੀ 1632 ਵਿਖੇ ਮਹਾਰਾਜ ਦਾ ਮਾਤਾ ਗੁਜਰੀ ਜੀ ਦੇ ਨਾਲ ਆਨੰਦ ਕਾਰਜ ਹੋਇਆ। 1664 ਵਿਖੇ ਸਤਿਗੁਰੂ ਬਾਬੇ ਬਕਾਲੇ ਦੀ ਧਰਤੀ ਦੇ ਉੱਤੇ ਗੁਰਤਾ ਗੱਦੀ ਦੇ ਪ੍ਰਗਟ ਹੋ ਕੇ ਸਜੇ। ਉਪਰੰਤ ਗੁਰਦੇਵ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਪੰਜਾਬ ਦੇ ਪਿੰਡਾਂ ਦੀ ਯਾਤਰਾ ਕਰਦੇ, ਬੇਅੰਤ ਨਗਰਾਂ ਨੂੰ ਪਵਿੱਤਰ ਕਰਕੇ ਵੱਲਾ, ਸਾਬੋ ਕੀ ਤਲਵੰਡੀ, ਧਮਤਾਨ, ਹੋਰ ਬੇਅੰਤ ਲੱਖੀ ਜੰਗਲ, ਧਰਮੂ ਕੇ ਕੋਟ, ਬੇਅੰਤ ਸਥਾਨਾਂ 'ਤੇ ਸਤਿਗੁਰਾਂ ਨੇ ਚਰਨ ਪਾਏ। ਮੱਖਣ ਸ਼ਾਹ ਲਵਾਣੇ ਨੂੰ ਵੀ ਨਾਲ ਦਰਸ਼ਨ ਕਰਾਏ। ਵਾਪਸ ਬਾਬੇ ਬਕਾਲੇ ਦੀ ਧਰਤੀ 'ਤੇ ਗੁਰਦੇਵ ਨੇ ਆ ਕੇ ਪੜਾਅ ਕੀਤਾ। ਪਰ ਸੋਢੀ ਜਿਹੜੇ ਸੀ ਉਹ ਈਰਖਾ ਰੱਖਦੇ ਸੀ। ਗੁਰਦੇਵ ਨੇ ਕਿਹਾ ਅਸੀਂ ਨਵਾਂ ਨਗਰ ਵਸਾਵਾਂਗੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬਿਲਾਸਪੁਰ ਦੇ ਇਲਾਕੇ 1.5 ਲੱਖ ਰੁਪਈਆ 500 ਸੋਨੇ ਦੀ ਮੋਹਰ ਦੇ ਕੇ ਸ਼੍ਰੀ ਅਨੰਦਪੁਰ ਸਾਹਿਬ ਦਾ ਨਗਰ ਖਰੀਦਿਆ ਅਤੇ ਸਤਿਗੁਰਾਂ ਨੇ ਉਹ ਨਗਰ ਬਹੁਤ ਸੁੰਦਰ ਵਸਾਇਆ ਅਤੇ ਉੱਥੇ ਕਥਾ ਕੀਰਤਨ ਆਨੰਦ ਬੱਝਿਆ। ਗੁਰਦੇਵ ਨੇ ਕਿਹਾ ਸੋਢੀ ਹਜੇ ਵੀ ਈਰਖਾ ਕਰਦੇ ਨੇ। ਗੁਰਦੇਵ ਨੇ ਪੂਰਬ ਦੀ ਸੰਗਤ ਦਾ ਫੁਰਨਾ ਜਾਣਦੇ ਹੋਏ ਪੂਰਬ ਦੀ ਸੰਗਤ ਵੱਲ ਚਾਲਾ ਮਾਰਨ ਦਾ ਵਿਚਾਰ ਕੀਤਾ। ਇੱਥੇ ਤੱਕ ਦਾ ਇਤਿਹਾਸ ਅਸੀਂ ਪਿਛਲੇ ਪ੍ਰਕਰਨਾਂ ਦੇ ਅੰਦਰ ਸਰਵਣ ਕਰਕੇ ਆਏ ਹਾਂ। ਕਿਵੇਂ ਸਤਿਗੁਰੂ ਮਹਾਰਾਜ ਪਾਵਨ ਪਵਿੱਤਰ ਕੁਰੂਕਸ਼ੇਤਰ ਦੀ ਧਰਤੀ ਦੇ ਉੱਤੇ ਅਤੇ ਸਤਿਗੁਰੂ ਮਹਾਰਾਜ ਮਲੂਕੀ ਦਾਸ ਦਾ ਵੈਸ਼ਨੂ ਮਤ ਦਾ ਸ਼ੰਕਾ ਦੂਰ ਕੀਤਾ। ਉਪਰੰਤ ਅੱਜ ਗੁਰਦੇਵ ਕੁਰੂਕਸ਼ੇਤਰ ਤੋਂ ਕੈਥਲ ਤੋਂ ਹੁੰਦੇ ਹੋਏ ਦਿੱਲੀ ਦੇ ਰਾਏ ਮਹਾਰਾਜ ਪੂਰਬ ਦੀ ਦੇਸ਼ ਸੰਗਤ ਨੂੰ ਤਿਆਰਨ ਲਈ ਜਾ ਰਹੇ ਨੇ। ਜਦੋਂ ਗੁਰਦੇਵ ਪੂਰਬ ਦੇਸ਼ ਵੱਲ ਜਾ ਰਹੇ ਸੀ ਤੇ ਰਸਤੇ 'ਤੇ ਇੱਕ ਮਹਾਨ ਤੀਰਥ ਆਇਆ, ਤ੍ਰਿਵੇਣੀ, ਜਿੱਥੇ ਗੰਗਾ, ਜਮਨਾ ਅਤੇ ਸਰਸਵਤੀ ਦਾ ਮੇਲ ਹੁੰਦਾ ਹੈ। ਉਹ ਪਾਵਨ ਪਵਿੱਤਰ ਇਤਿਹਾਸ ਆਓ ਅੱਜ ਦੇ ਦੀਵਾਨ ਦੇ ਅੰਦਰ ਸਰਵਣ ਕਰੀਏ। ਰਸਨਾ ਦੀ ਪਵਿੱਤਰਤਾ ਦੇ ਲਈ, ਹਿਰਦੇ ਦੀ ਸ਼ੁੱਧੀ ਦੇ ਲਈ ਆਖਣਾ ਕਰੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਿੱਤਰ ਨਾਟਕ ਦੇ ਅੰਦਰ 7ਵੇਂ ਅਧਿਆਏ ਦੇ ਅੰਦਰ ਇਹ ਜ਼ਿਕਰ ਆਪਣੀ ਬਾਣੀ ਦੇ ਅੰਦਰ ਮਹਾਰਾਜ ਨੇ ਕੀਤਾ ਹੈ ਕਿ ਮੇਰੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤ੍ਰਿਵੇਣੀ ਇਲਾਹਾਬਾਦ ਗਏ ਨੇ। ਗੁਰਦੇਵ ਨੇ 7ਵੇਂ ਅਧਿਆਏ ਦੇ ਅੰਦਰ ਬਚਨ ਲਿਖੇ ਨੇ, ਮੁਰਪਿਤ ਪੂਰਬ ਕੀਅਸ ਪਿਆਨਾ। ਮੇਰੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਮਾਤਾ ਗੁਜਰੀ ਜੀ ਅਤੇ ਮੇਰੇ ਦਾਦੀ ਜੀ ਮਾਤਾ ਨਾਨਕੀ ਜੀ ਵੱਡ ਵਡੇਰੇ ਸਾਰੇ ਹੀ ਇਲਾਹਾਬਾਦ ਦੀ ਧਰਤੀ 'ਤੇ ਗਏ। ਉੱਥੇ ਮਹਾਰਾਜ ਕਹਿੰਦੇ ਮੁਰਪਿਤ ਪੂਰਬ ਕੀਅਸ ਬਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਬੇਅੰਤੀ ਤਰ੍ਹਾਂ ਦੇ ਗੁਰਦੇਵ ਜੀ ਤੀਰਥਾਂ ਦੇ ਉੱਤੇ ਆਪਣੇ ਚਰਨ ਪਾਏ। ਗੰਗਾ, ਜਮਨਾ, ਸਰਸਵਤੀ, ਗੋਦਾਵਰੀ ਸਾਰੇ ਹੀ ਮਹਾਰਾਜ ਨੇ ਤੀਰਥਾਂ ਦੇ ਉੱਤੇ ਆਪਣੀ ਚਰਨਾਂ ਦੀ ਧੂੜ ਦੇ ਕੇ ਉਹ ਸਾਧੂਆਂ ਦੇ ਚਰਨਾਂ ਦੀ ਧੂੜ ਤੀਰਥ ਲੋਚ ਰਹੇ ਸੀ। ਤੀਰਥਾਂ ਨੂੰ ਪਵਿੱਤਰ ਕਰਕੇ ਗੁਰਦੇਵ ਨੂੰ ਮਾਤਾ ਨਾਨਕੀ ਜੀ ਕਹਿੰਦੇ ਨੇ, ਪੁੱਤਰ ਤੇਗ ਬਹਾਦਰ, ਤੇਰੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੇ ਮੈਨੂੰ ਰਾਤ ਦਾ ਪ੍ਰਸ਼ਾਦਾ ਛਕਦੇ ਬਚਨ ਕੀਤੇ ਸੀ ਵੀ ਤੁਹਾਡੇ ਘਰ ਇੱਕ ਮਹਾਬਲੀ ਅਵਤਾਰ ਪੋਤਰੇ ਨੇ ਜਨਮ ਲੈਣਾ ਹੈ ਜਿਸ ਦਾ ਨਾਮ ਗੁਰੂ ਗੋਬਿੰਦ ਹੋਵੇਗਾ।
ਤੇ ਜਦੋਂ ਉਹ ਮਹਾਬਲੀ ਅਵਤਾਰ ਧਰਤੀ ਤੇ ਜਨਮ ਲਵੇਗਾ, ਜ਼ੁਲਮਾਂ ਦੀ ਜੜ੍ਹਾਂ ਪੁੱਟ ਕੇ ਰੱਖ ਦੇਗਾ ਤੇ ਧਰਤੀ ਦੇ ਉੱਤੇ ਇੱਕ ਨਵਾਂ ਖਾਲਸਾ ਪੰਥ ਪੈਦਾ ਹੋਵੇਗਾ। ਉਹ ਸਮਾਂ ਕਦੋਂ ਆਵੇਗਾ? ਗੁਰੂ ਤੇਗ ਬਹਾਦਰ ਸਾਹਿਬ ਨੇ ਮਾਤਾ ਗੁਜਰੀ ਜੀ ਦਾ ਬਚਨ ਸੱਤ ਕਰਕੇ ਮੰਨਿਆ ਤੇ ਮਾਤਾ ਜੀ ਨੂੰ ਕਿਹਾ, ਸ਼੍ਰੀ ਅਖੰਡ ਪਾਠ ਸਾਹਿਬ ਤ੍ਰਿਵੇਣੀ ਦੀ ਧਰਤੀ ਦੇ ਉੱਤੇ 25 ਸਿੰਘ ਲਾ ਕੇ ਸ਼ੁਰੂ ਕੀਤਾ, ਜਿਸ ਦੇ ਅੰਦਰ 5 ਸਿੰਘ ਅਖੰਡ ਪਾਠ ਸਾਹਿਬ ਦੇ ਪਾਠੀ, 5 ਜਪਜੀ ਸਾਹਿਬ ਕਰਨ ਵਾਲੇ, 5 ਚੌਰ ਸਾਹਿਬ, 5 ਲਾਂਗਰੀ ਤੇ 5 ਸੇਵਾਦਾਰ। ਸਤਿਗੁਰਾਂ ਨੇ 25 ਸਿੰਘ ਲਗਾ ਕੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਦੇ ਜਾਪ ਸ਼ੁਰੂ ਕਰਵਾਏ ਤ੍ਰਿਵੇਣੀ ਦੀ ਧਰਤੀ ਦੇ ਉੱਤੇ ਤੇ ਅਰਦਾਸ ਕੀਤੀ, ਜੋ ਮੇਰੇ ਪਿਤਾ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤੇ ਨੇ ਬਈ ਤ੍ਰਿਵੇਣੀ ਦੀ ਧਰਤੀ ਦੇ ਉੱਤੇ ਮਾਤਾ ਦੇ ਉਦਰ ਦੇ ਅੰਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਵਤਾਰ ਪਵੇਗਾ, ਉਹ ਮਹਾਰਾਜ ਕਿਰਪਾ ਕਰੋ। ਗੁਰਦੇਵ ਨੇ ਇੱਦਾਂ ਹੀ ਬਚਨ ਲਿਖੇ ਨੇ ਸ਼੍ਰੀ ਦਸਮ ਗ੍ਰੰਥ ਦੇ ਅੰਦਰ। ਮਹਾਰਾਜ ਕਹਿੰਦੇ, ਮੁਰਪਿਤ ਪੂਰਬ ਕੀਸ ਪਿਆਨਾ, ਭਾਂਤ ਪਾਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਵੇਣੀ ਭਏ, ਪੁੰਨ ਦਾਨ ਦਿਨ ਕਰਤ ਬਤਏ, ਤਹੀਂ ਪ੍ਰਕਾਸ਼ ਹਮਾਰਾ ਭਇਓ। ਇੱਥੇ ਗੱਲ ਹੈ ਵੀ ਮਾਤਾ ਦੇ ਉਦਰ ਦੇ ਅੰਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਤਾ ਗੁਜਰੀ ਜੀ ਦੇ ਉਦਰ ਦੇ ਅੰਦਰ ਜਨਮ ਲੈ ਲਿਆ। ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਭਵ ਦਾ ਮਤਲਬ ਹੁੰਦਾ ਜਨਮ। ਜਿਹੜਾ ਜਨਮ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਉਹ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ ਤੇ ਉਹ 25 ਸਿੰਘਾਂ ਨੂੰ ਲਾ ਕੇ ਮਹਾਰਾਜ ਨੇ ਪਾਠ ਸੰਪੂਰਨ ਕੀਤੇ। ਗੁਰੂ ਗ੍ਰੰਥ ਸਾਹਿਬ ਦੇ ਅਰਦਾਸ ਹੋਈ, ਕੜਾਹ ਪ੍ਰਸ਼ਾਦ ਦੀ ਦੇਗ ਹੋਈ, ਚੜ੍ਹਦੀ ਕਲਾ ਦੇ ਜਕਾਰਿਆਂ ਦੇ ਅੰਦਰ ਮਹਾਰਾਜ ਜੀ ਨੇ ਉਹ ਪਾਠ ਸੰਪੂਰਨਤਾ ਕਰਵਾ ਕੇ ਅੱਗੇ ਫਿਰ ਪੂਰਬ ਦੀ ਦੇਸ਼ ਵੱਲ ਸਭ ਤੋਂ ਪਹਿਲੇ ਮਹਾਰਾਜ ਉਧਰੋਂ ਭੋਗ ਪਾ ਕੇ ਕਾਂਸ਼ੀ ਦੀ ਧਰਤੀ ਤੇ ਪਹੁੰਚੇ। ਕਾਂਸ਼ੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਹਿਲੇ ਬਿਸ਼ਨ ਦੱਤ, ਦੇਵਦੱਤ ਇਤਿਆਦ ਪੰਡਤਾਂ ਦੇ ਨਾਲ ਚਰਚਾ ਕੀਤੀ ਸੀ, ਜੋ ਬਚਨ ਸ਼ਲੋਕ ਸੰਸਕ੍ਰਿਤੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਅੰਕਿਤ ਨੇ। ਸ਼ਲੋਕ ਸੰਸਕ੍ਰਿਤੀ ਮਹੱਲਾ ਪਹਿਲਾ ਮਹਾਰਾਜ ਦੀ ਬਾਣੀ ਵੀ ਆਂਦੀ ਹੈ, ਪੜ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਦੰ, ਗਲ ਮਾਲਾ ਤਿਲਕ ਲਾਟੰ, ਦੋਏ ਧੋਤੀ ਬਸਤਰ ਕਪਾਟੰ। ਸਤਿਗੁਰੂ ਮਹਾਰਾਜ ਜੀ ਦੀ ਉਹ ਬਾਣੀ, ਪੰਜਵੇਂ ਪਾਤਸ਼ਾਹ ਮਹਾਰਾਜ ਕੋਲ ਉਹ ਪੰਡਤ ਚਿੱਠੀ ਲੈ ਕੇ ਵੀ ਆਏ ਸੀ ਗੁਰਦੇਵ, ਬਈ ਆਹ ਜਿਹੜੀ ਪਾਵਨ ਪਵਿੱਤਰ ਬਾਣੀ ਸਾਡੇ ਦਾਦਾ ਜੀ ਨਾਲ ਗੁਰੂ ਨਾਨਕ ਦੇਵ ਜੀ ਨੇ ਉਚਾਰੀ ਹੈ, ਆਹ ਬਾਣੀ ਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਰਜ ਕਰਵਾਓ। ਤੇ ਗੁਰਦੇਵ ਮਹਾਰਾਜ ਨੂੰ ਕਹਿੰਦੇ, ਮਹਾਰਾਜ ਇਹ ਸ਼ਬਦਾਂ ਦੇ ਨਾਲ ਸਾਨੂੰ ਬਹੁਤ ਠੰਡ ਪੈਂਦੀ ਹੈ, ਤੁਸੀਂ ਵੀ ਸ਼ਬਦ ਉਚਾਰਨ ਕਰੋ। ਫਿਰ ਗੁਰੂ ਅਰਜਨ ਦੇਵ ਜੀ ਨੇ 62 ਸ਼ਬਦ ਸ਼ਲੋਕ ਸੰਸਕ੍ਰਿਤੀ ਦੇ ਆਪ ਉਚਾਰੇ ਸੀ। ਉਹ ਪਾਵਨ ਪਵਿੱਤਰ ਸਥਾਨ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਪਹੁੰਚਦੇ ਨੇ। वेदांत की बहुत भारी चर्चा गुरदेव नाल पंडित करते हैं तो बहुत संतुष्टि प्राप्त होती है, क्योंकि गुरदेव की बाणी जिन्नी भी है। हुण एक बच्ची बहुत सुंदर शब्द पढ़ रही सी, काम क्रोध जे परसै नाहिन ते घट ब्रह्म निवासा। गल तो इन्नी है ना कि काम ते क्रोध तो दूर रहना है तो बिरती ब्रह्म नाल जुड़ जाएगी, पर इस गल नूं कमाण दे लई गुरदेव अखीर च लिखते हैं, गुर किरपा जे नर को कीनी ते जुगत पछानी। सारी गल तो बाद महाराज कहते जद तक तेरे ते 10 पातशाहियां की कृपा नहीं होंदी, तू गुरु ग्रंथ साहिब की शरण नहीं लैंदा, तद तक गल नहीं बननी। सो श्री गुरु तेग बहादुर साहब कांशी के अंदर पंडितां नाल चर्चा की, उपरंत सतगुरु संस राम पहुँचे। यह जिहड़ी सारी कथा है श्री गुर प्रताप सूरज ग्रंथ के अंदर रास 11वीं के अंदर आती है। कविराज भाई साहब भाई संतोख सिंह चूड़ामणी जी ने सारी कथा लिखी हुई है। जदों महाराज संस राम नगर के अंदर पहुँचते हैं, उत्थे गुरु घर का एक बहुत भारी श्रद्धालु मसंद जिसका नाम है चाचा फग्गू दास ने पहली बारी यह प्रसंग सत्कारयोग इस स्थान के मुख सेवादार प्रधान नरिंदर सिंह जी तो पहली बारी सुनिया सी, जदों मेरी कथा के अंदर रुचि बनी सुनने की। ਉਹ ਸੰਸ ਰਾਮ ਪਿੰਡ ਦੇ ਅੰਦਰ ਜਦੋਂ ਗੁਰਦੇਵ ਪਹੁੰਚਦੇ ਨੇ ਤੇ ਚਾਚਾ ਫੱਗੂ ਦਾ ਇੱਕ ਫੁਰਨਾ ਸੀ, ਉਸਨੇ ਘਰ ਦਾ ਦਰਵਾਜ਼ਾ ਬੜਾ ਉੱਚਾ ਰਖਾਇਆ ਸੀ ਤੇ ਗੁਰਦੇਵ ਦਾ ਉਹਦਾ ਫੁਰਨਾ ਸੀ ਵੀ ਮਹਾਰਾਜ ਸਣੇ ਘੋੜੇ ਹੀ ਮੇਰੇ ਘਰ ਦੇ ਅੰਦਰ ਚੜ੍ਹ ਕੇ ਆਣ ਤੇ ਕਿਰਪਾਨ ਕਲਗੀ ਲਾਈ ਹੋਏ ਸ਼ਸਤਰ ਸਜਾਏ ਹੋਣ, ਘੋੜੇ ਤੋਂ ਉਤਰਨ ਨਾ।
ਤੇ ਮਹਾਰਾਜ ਸਿੱਧਾ ਜਾ ਕੇ ਘੋੜੇ ਤੋਂ ਮੇਰੇ ਤਖਤ ਸਾਹਿਬ ਅੰਦਰ ਜਿਹੜਾ ਬਿਸਤਰਾ ਉਸ ਤੇ ਬੈਠਣ। ਤੇ ਉਸਨੇ ਆਪਣੇ ਘਰ ਦਾ ਜਦੋਂ ਵੱਡਾ ਦਰਵਾਜ਼ਾ ਰਖਾਇਆ, ਸਾਰੀ ਸੰਗਤ ਨੇ ਕਿੰਤੂ ਪਰੰਤੂ ਕੀਤਾ। ਉਹਨਾਂ ਨੇ ਕਿਹਾ ਵੀ ਕੋਈ ਕਿੱਦਾਂ ਦਾ ਬੋਲ ਕਹਿੰਦਾ ਸੰਗਤ ਦੇ ਅੰਦਰ, ਕੋਈ ਕਿੱਦਾਂ ਦਾ, ਸਭ ਦੀ ਅਵਸਥਾ ਇੱਕ ਨਹੀਂ। ਉਹਨਾਂ ਨੇ ਕਿਹਾ ਵੀ ਤੂੰ ਘਰ ਦਾ ਦਰਵਾਜ਼ਾ ਵੱਡਾ ਕਿਉਂ ਰਖਾਇਆ? ਉਹ ਕਹਿੰਦਾ ਵੀ ਮੇਰੇ ਗੁਰਦੇਵ ਨੂੰ ਥੱਲੇ ਨਾ ਉਤਰਨਾ ਪਵੇ, ਸਿੱਧਾ ਮਹਾਰਾਜ ਤਖਤ ਤੇ ਬੈਠਣ ਘੋੜੇ ਸਣੇ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਅੱਗੇ ਅਰਦਾਸ ਕਰਦਾ, ਰੋਜ਼ ਚਾਚਾ ਫੱਗੂ ਰੋਜ਼ ਨਿਤ ਪ੍ਰਤ ਇਹੀ ਅਰਦਾਸ ਕਰਦਾ, ਤੇ ਸਾਰੀ ਸੰਗਤ ਤੋਂ ਦੂਸਰਾ ਉਹਦਾ ਕੰਮ ਹੁੰਦਾ ਸੀ ਵੀ ਇਕੱਠੀ ਕਰਕੇ ਨਾ ਸੰਸਰਾਮ ਨਗਰ ਦਾ ਦਸਵੰਧ ਸਾਰਾ ਹੀ ਇਕੱਠਾ ਕਰਕੇ ਸਾਰਾ ਇੱਕ ਜਗ੍ਹਾ ਤੇ ਰੱਖ ਲੈਣਾ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਆਣਗੇ ਉਹ ਸਾਰਾ ਦਸਵੰਧ ਮੈਂ 9ਵੇਂ ਪਾਤਸ਼ਾਹ ਦੇ ਚਰਨਾਂ 'ਚ ਭੇਟਾ ਕਰਾਂਗਾ। ਇਹ ਫੁਰਨਾ ਕਰਕੇ ਚਾਚਾ ਫੱਗੂ ਰੋਜ਼ ਮਹਾਰਾਜ ਨੂੰ ਅਰਦਾਸਾਂ ਕਰਦਾ। ਇੱਕ ਦਿਨ ਉਹਦੀ ਮਾਂ ਨੇ ਕਿਹਾ ਪੁੱਤਰ ਗੁਰਦੇਵ ਕੋਲ ਇੰਨਾ ਸਮਾਂ ਹੋਵੇਗਾ, ਉਹ ਰੋਜ਼ ਸਾਡੇ ਕੋਲ ਆਣ, ਕਿਧਰੇ ਉਹਨਾਂ ਕੋਲ ਕਿਤੇ ਸਮਾਂ ਹੋਣਾ? ਇੰਨੀ ਸਿੱਖ ਸੰਗਤ ਹੈ, ਕਸ਼ਮੀਰ, ਧੰਨੀਖੇ, ਬਲਖ, ਬੁਖਾਰਾ, ਦੇਸ਼ਾਂ ਵਿਦੇਸ਼ਾਂ ਦੀ ਸੰਗਤ ਹੈ, ਕਿਤੇ ਗੁਰਦੇਵ ਸਾਡੇ ਕੋਲ ਆਣਗੇ? ਆਖਣਾ ਕਰੋ ਸਤਨਾਮ। ਉਹਨੇ ਅੱਗੋਂ ਪਤਾ ਕੀ ਜਵਾਬ ਦਿੱਤਾ? ਚਾਚਾ ਫੱਗੂ ਨੇ ਕਿਹਾ ਭੀਲਣੀ ਦੇ ਬੇਰ ਖਾਣ ਲਈ ਭਗਵਾਨ ਰਾਮ ਗਏ ਨਹੀਂ ਸੀ? ਕਿਹਾ ਪੁੱਤਰ ਗਏ ਸੀ। ਕਿਹਾ ਗੁਰੂ ਨਾਨਕ ਦੇਵ ਮਹਾਰਾਜ ਕੋਧੇ ਦਾ ਪ੍ਰਸ਼ਾਦਾ ਕੋਧਰੇ ਦਾ ਛਕਿਆ ਨਹੀਂ? ਕਿਹਾ ਛਕਿਆ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਾਤਾ ਭਾਗ ਭਰੀ ਤੋਂ ਚੋਲਾ ਲੈਣ ਦੇ ਲਈ ਕਸ਼ਮੀਰ ਗਏ ਸੀ? ਮਾਤਾ ਕਹਿੰਦੀ ਗਏ ਸੀ। ਕਹਿੰਦੀ ਮਾਤਾ ਫਿਰ ਮੈਂ ਵੀ ਤਾਂ ਉਹੀ ਗਰੀਬ ਸਿੱਖ ਹਾਂ, ਮੇਰੇ ਘਰ ਕਿਉਂ ਨਹੀਂ ਆਉਣਗੇ? ਸਾਰਾ ਇੰਨਾ ਦ੍ਰਿੜ ਨਿਸ਼ਚਾ ਹੋਇਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਉਂਕਿ ਜਾ ਤਾਂ ਕਾਂਸ਼ੀ ਤੋਂ ਗਿਆ ਵੱਲ ਰਹੇ ਸੀਗੇ, ਪਰ ਮਹਾਰਾਜ ਨੇ ਸੰਸਰਾਮ ਪਿੰਡ ਦੇ ਅੰਦਰ ਸਾਰਾ ਵਹੀਰ ਤੋਰ ਲਿਆ। ਗੁਰਦੇਵ ਆਪਣੇ ਸਿੱਖ ਦਾ ਫੁਰਨਾ ਜਾਣ ਕੇ, ਗਰੀਬ ਸਿੱਖ ਦੀ ਸ਼ਰਧਾ ਦੇਖ ਕੇ ਮਹਾਰਾਜ ਉਸ ਨਗਰ ਦੇ ਅੰਦਰ ਪਹੁੰਚੇ। ਸੰਸਰਾਮ ਪਿੰਡ ਦੇ ਅੰਦਰ ਜਦੋਂ ਗੁਰਦੇਵ ਪਹੁੰਚੇ, ਚਾਚਾ ਫੱਗੂ ਨੂੰ ਗੱਲ ਪਤਾ ਲੱਗੀ ਬਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆ ਰਹੇ ਨੇ। ਚਾਚਾ ਫੱਗੂ ਨੇ ਪੈਰ ਦਾ ਜੋੜਾ ਨਾ ਪਾਇਆ, ਗੁਰਦੇਵ ਮਹਾਰਾਜ ਨੂੰ ਲੈਣ ਦੇ ਲਈ ਅੱਗੇ ਗਿਆ ਤੇ ਜਾ ਕੇ ਨਾ ਗੁਰਦੇਵ ਦੇ ਘੋੜੇ ਦੀਆਂ ਰਕਾਬਾਂ ਫੜ ਲਈਆਂ। ਜਾ ਕੇ ਜਿੱਥੇ ਰਕਾਬਾਂ ਫੜ ਲਈਆਂ, ਇੱਕ ਰਕਾਬਾਂ ਹੁੰਦੀਆਂ, ਇੱਕ ਬਾਗਾਂ ਹੁੰਦੀਆਂ ਨੇ। ਬਾਗਾਂ ਹੁੰਦੀਆਂ ਜਿੱਥੋਂ ਜਿਹੜਾ ਕੋਚਵਾਨ ਹੁੰਦਾ ਉਹ ਘੋੜਾ ਫੜ ਕੇ ਚਲਾਉਂਦਾ, ਜਿਵੇਂ ਆਪਾਂ ਕਿਤੇ ਹੇਮਕੁੰਡ ਸਾਹਿਬ ਜਾਈਏ ਤਾਂ ਘੋੜੇ ਦੀਆਂ ਬਾਗਾਂ ਫੜ ਕੇ ਉਹ ਚਲਾਉਂਦੇ ਨੇ, ਉਹ ਤਾਂ ਬਾਗਾਂ ਹੁੰਦੀਆਂ। ਇੱਕ ਰਕਾਬ ਹੁੰਦੀ ਹੈ ਜਿੱਥੇ ਪੈਰ ਰੱਖੀ ਦਾ ਹੁੰਦਾ। ਚਾਚਾ ਫੱਗੂ ਨੇ ਬਾਗਾਂ ਨਹੀਂ ਫੜੀਆਂ, ਰਕਾਬ ਦੇ ਅੰਦਰ ਪੈਰ ਹੱਥ ਪਾਇਆ ਵੀ ਮੇਰੇ ਗੁਰਦੇਵ ਆਏ ਨੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਘੋੜਾ ਲੈ ਕੇ ਆਪਣੇ ਘਰ ਦੇ ਮੂਹਰੇ ਜਿੱਥੇ ਵੱਡਾ ਦਰਵਾਜ਼ਾ ਸੀ, ਅੱਜ ਵੀ ਉਹ ਗੁਰਦੁਆਰਾ ਸਾਹਿਬ ਦਾ ਵੱਡਾ ਹੀ ਦਰਵਾਜ਼ਾ ਹੈ। ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ ਵੀਡੀਓ ਪਾਉਂਦੇ ਨੇ, ਤੁਸੀਂ ਫੇਸਬੁੱਕ 'ਤੇ ਕਦੇ ਦੇਖਿਓ, ਉਹਨਾਂ ਨੇ ਵੀ ਪਾਈ ਹੋਈ ਹੈ ਉਹ ਵੀਡੀਓ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਪਹੁੰਚੇ ਉੱਥੇ, ਤੇ ਮਹਾਰਾਜ ਨੂੰ ਸਣੇ ਸ਼ਸਤਰ ਸਣੇ ਘੋੜੇ ਕਲਗੀ ਸਜਾਈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਆਪਣੇ ਜਾ ਕੇ ਘਰ ਦੇ ਅੰਦਰ ਲੈ ਕੇ ਜਾਂਦਾ ਤੇ ਮਹਾਰਾਜ ਦਾ ਸਵਾਰਾ ਸਿੱਧਾ ਪਲੰਘੇ ਦੇ ਉੱਤੇ ਉਤਾਰਦਾ ਤੇ ਗੁਰਦੇਵ ਮਹਾਰਾਜ ਨੂੰ ਸਾਰੀ ਸੰਸਰਾਮ ਦੀ ਸੰਗਤ ਦਾ ਦਸਵੰਧ ਜੋ ਇਕੱਠਾ ਕੀਤਾ ਹੁੰਦਾ ਸੀ ਉਹ ਦਿੰਦਾ। ਗੁਰਦੇਵ ਮਹਾਰਾਜ ਅੱਗੋਂ ਚੋਜ ਰਚਦੇ ਨੇ। ਮਹਾਰਾਜ ਕਹਿੰਦੇ ਇਹ ਦਸਵੰਧ ਪੂਰਾ ਨਹੀਂ, ਕਿਉਂਕਿ ਸਿੱਖ ਨੂੰ ਵੀ ਤਾਂ ਪ੍ਰਗਟ ਕਰਨਾ ਹੈ ਨਾ ਗੁਰੂ ਨੇ। ਕਹਿੰਦਾ ਮਹਾਰਾਜ ਮੈਂ ਆਪਣੇ ਦਿਲ ਦੇ ਨਾਲ ਸੱਚ ਹੱਥ ਰੱਖ ਕੇ ਕਹਿਣਾ, ਮੈਂ ਇੱਕ ਕੌਡੀ ਵੀ ਇਹਦੇ ਅੰਦਰੋਂ ਆਪਣੇ ਨਿੱਜੀ ਖਰਚੇ ਲਈ ਨਹੀਂ ਖਰਚੀ। ਮਹਾਰਾਜ ਕਹਿੰਦੇ ਅਸੀਂ ਤੇਰੀ ਕਿੰਤੂ ਤੇਰੀ ਕਿਰਤ ਦੇ ਉੱਤੇ, ਤੇਰੇ ਦਸਵੰਧ ਦਏ ਦੇ ਉੱਤੇ ਸ਼ੰਕਾ ਨਹੀਂ ਕਰ ਰਹੇ, ਪਰ ਤੂੰ ਇੱਕ ਗੱਲ ਦੱਸ ਕਿ ਤੂੰ ਸਾਨੂੰ ਸਾਰੂ ਵਸਤੂ ਦੇ ਦਿੱਤੀ ਹੈ ਯਾਦ ਕਰਕੇ। ਬਹੁਤ ਚੇਤੇ ਕਰਦਾ, ਬੜੀ ਦੇਰ ਬੈਠਾ ਰਹਿੰਦਾ। ਮਹਾਰਾਜ ਸੰਗਤ ਨਾਲ ਕੋਈ ਬਚਨ ਨਹੀਂ ਕਰਦੇ ਤਦੋਂ। ਮਹਾਰਾਜ ਕਹਿੰਦੇ ਚੰਗੀ ਤਰ੍ਹਾਂ ਯਾਦ ਕਰ। ਕਹਿੰਦਾ ਮਹਾਰਾਜ ਇੱਕ ਚੀਜ਼ ਰਹਿ ਗਈ ਹੈ। ਗੁਰਦੇਵ ਕਹਿੰਦੇ ਉਹੀ ਤਾਂ ਚੀਜ਼ ਤੈਨੂੰ ਪੁੱਛਣ ਲਈ ਕੁਐਸਚਨ ਕੀਤਾ, ਸਵਾਲ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਕਹਿੰਦਾ ਮਹਾਰਾਜ ਇੱਕ ਦਿਨ ਮੈਂ ਅੰਮ੍ਰਿਤ ਵੇਲੇ ਤੁਹਾਡਾ ਸੰਗਰਾਂਦ ਵਾਲੇ ਦਿਨ ਦਸਵੰਧ ਲੈਣ ਗਿਆ, ਜਿਵੇਂ ਅੱਜ ਸੰਗਰਾਂਦ ਦਾ ਹੀ ਦਿਹਾੜਾ ਹੈ। ਕਹਿੰਦਾ ਮਹਾਰਾਜ ਜਦੋਂ ਮੈਂ ਦਸਵੰਧ ਲੈਣ ਗਿਆ ਤੇ ਇੱਕ ਬੀਬੀ ਘਰ ਦੇ ਅੰਦਰ ਝਾੜੂ ਮਾਰ ਰਹੀ ਸੀ। ਉਹ ਬੀਬੀ ਨੂੰ ਜਾ ਕੇ ਮੈਂ ਖਹਿੜੇ ਹੀ ਪੈ ਗਿਆ ਵੀ ਪਤਾ ਨਹੀਂ ਗੁਰਦੇਵ ਕਦ ਆ ਜਾਣ। ਉਹ ਕਹਿੰਦੀ ਤੂੰ ਹਰ ਸੰਗਰਾਂਦ ਤੇ ਦਸਵੰਧ ਲੈ ਜਾਂਦਾ, ਅੱਜ ਤੱਕ ਤਾਂ ਗੁਰਦੇਵ ਆਏ ਨਹੀਂ।
ਤੇ ਕਹਿੰਦਾ ਮੈਨੂੰ ਤੂੰ ਦਸਵੰਧ ਦੇ ਦੇ, ਜੇ ਗੁਰੂ ਅੱਜ ਆ ਗਿਆ ਮੇਰਾ ਫਿਰ ਕੀ ਬਣੇਗਾ, ਕਿਉਂਕਿ ਸਿੱਖ ਦੇ ਅੰਦਰ ਤਾਂਘ ਸੀ ਗੁਰੂ ਨੂੰ ਮਿਲਣ ਦੀ। ਕਹਿੰਦੀ ਉਹ ਬੀਬੀ ਬਹੁਤ ਖਿੱਝ ਗਈ ਜਦੋਂ ਮੈਂ 2-3 ਵਾਰੀ ਕਿਹਾ, ਤੇ ਉਹ ਘਰ ਦੇ ਅੰਦਰ ਝਾੜੂ ਮਾਰ ਰਹੀ ਸੀ। ਕਹਿੰਦੇ ਉਸਨੇ ਘਰ ਦੇ ਅੰਦਰੋਂ ਸਾਰਾ ਕੂੜਾ ਚੱਕ ਕੇ ਮੇਰੀ ਝੋਲੀ 'ਚ ਪਾ ਦਿੱਤਾ, ਤੇ ਮੈਂ ਉਹ ਝੋਲਾ ਤੁਹਾਡੀ ਕਿਰਪਾ ਦੇ ਨਾਲ ਕੂੜਾ ਸਾਰਾ ਤੁਹਾਡੀ ਕਿਰਪਾ ਸਮਝ ਕੇ ਘਰ ਲੈ ਆਇਆ। ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸੰਗਤ ਨੇ ਦਸੌਂਧ ਦਿੱਤਾ, ਦਸਵੰਧ ਦਿੱਤਾ, ਇਹਨੂੰ ਵਿਅਰਥ ਨਹੀਂ ਕਰਨਾ ਚਾਹੀਦਾ। ਉਹ ਸਾਰਾ ਦਸਵੰਧ ਚਾਚਾ ਫੱਗੂ ਨੇ ਗੱਲ ਨਾਲ ਲਾ ਕੇ ਕਹਿੰਦਾ ਮੈਂ ਆਪਣੇ ਘਰ ਦੇ ਅੰਦਰ ਉਹ ਜਿੰਨਾ ਰੇਤਾ ਸੀ ਉਹ ਸਾਰਾ ਹੀ ਜਾ ਕੇ ਬਾਗ ਦੇ ਅੰਦਰ, ਘਰ ਦੇ ਪਿਛਲੇ ਪਾਸੇ ਬਾਗ ਸੀ, ਉੱਥੇ ਡੋਲ ਦਿੱਤਾ। ਕਹਿੰਦੇ ਉਸ ਦੇ ਅੰਦਰ ਇੱਕ ਬੇਰ ਸੀਗਾ, ਉਹ ਬੇਰ ਤੋਂ ਮਹਾਰਾਜ ਅੱਜ 8 ਸਾਲ ਹੋ ਗਏ ਨੇ ਦਰਖਤ ਤਿਆਰ ਹੋ ਗਿਆ। ਉਹ ਗੁਰਦੇਵ ਮੈਂ ਇੱਕ ਉਹ ਬੇਰ ਤੁਹਾਡੇ ਤੋਂ ਜ਼ਰੂਰ ਛਪਾਇਆ, ਤੁਸੀਂ ਪਿਛਲੇ ਪਾਸੇ ਚੱਲੋ, ਮੈਂ ਤੁਹਾਨੂੰ ਉਹ ਬੇਰ ਵੀ ਦਿਖਾ ਦਿੰਦਾ। ਮਹਾਰਾਜ ਸਾਰੀ ਸੰਗਤ ਨੂੰ ਕਹਿੰਦੇ ਨੇ ਕਿ ਧੰਨ ਹੈ ਚਾਚਾ ਫੱਗੂ ਜਿਹਦੀ ਇੰਨੀ ਸ਼ਰਧਾ ਹੈ। ਦੇਖੋ ਖਾਲਸਾ ਜੀ, ਜੇ ਸਾਨੂੰ ਕੋਈ, ਅਸੀਂ ਕਿਸੇ ਦੇ ਘਰ ਉਗਰਾਹੀ ਲੈਣ ਜਾਈਏ ਜਾਂ ਦਸਵੰਧ ਦੀ ਮਾਇਆ ਲੈਣ ਜਾਈਏ, ਜੇ ਸਾਡੀ ਝੋਲੀ 'ਚ ਕੋਈ ਇੱਦਾਂ ਪਾ ਦੇਵੇ ਕੂੜਾ, ਕੀ ਅਸੀਂ ਉਹਨੂੰ ਗੱਲ ਨਾਲ ਲਿਆ ਕੇ ਘਰ ਲਿਆਵਾਂਗੇ? ਤਾਂ ਹੀ ਤਾਂ ਤੀਸਰੇ ਪਾਤਸ਼ਾਹ ਨੇ ਕਿਹਾ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਇਸ ਗਲੀ ਤੇ ਸਾਰੇ ਨਹੀਂ ਚੱਲ ਸਕਦੇ, ਖੰਨਿਓ ਤਿੱਖੀ ਵਾਲੋਂ ਨਿੱਕੀ, ਖੰਡੇ ਤੋਂ ਤਿੱਖਾ ਰਾਹ ਹੈ, ਇੱਥੇ ਸਾਰੇ ਨਹੀਂ ਪਹੁੰਚ ਸਕਦੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਹਨਾਂ ਨੂੰ, ਚਾਚਾ ਫੱਗੂ ਨੂੰ ਕਿਹਾ ਸਾਨੂੰ ਉਹ ਬਾਗ ਦਿਖਾਓ ਜਿੱਥੇ ਉਹ ਬੇਰ ਦਾ ਦਰਖਤ ਲੱਗਿਆ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਲੈ ਜਾਂਦੇ ਨੇ, ਤੇ ਉਹ ਬਾਗ ਦੇ ਅੰਦਰ ਮਹਾਰਾਜ ਜਾ ਕੇ ਬਹੁਤ ਪ੍ਰਸੰਨ ਹੁੰਦੇ ਨੇ। ਕਿਤੇ ਅਮਰੂਦ ਦੇ, ਆੜੂ ਦੇ, ਅੰਬ ਦੇ, ਬੇਅੰਤ ਤਰ੍ਹਾਂ ਦੇ ਵਰਿੱਖ ਲੱਗੇ ਨੇ। ਅਖੀਰ 'ਚ ਜਾ ਕੇ ਉਹੀ ਬੇਰ ਦਾ ਵਰਿੱਖ ਲੱਗਿਆ। ਗੁਰਦੇਵ ਉੱਥੇ ਹੀ ਆਸਨ ਕਰਦੇ ਨੇ ਸਿੱਖ ਦੀ ਸ਼ਰਧਾ ਪੂਰਨ ਕਰਨ ਦੇ ਲਈ। ਮਹਾਰਾਜ ਉਹਦੇ ਆਸਨ ਉੱਥੇ ਕਰਕੇ ਸਾਰੀ ਸੰਗਤ ਨੂੰ ਨਾਮ ਦਾ ਉਪਦੇਸ਼, ਗੁਰਮੰਤਰ ਜਪਣ ਦਾ, ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਪੜ੍ਹਨ ਦਾ ਉਪਦੇਸ਼ ਦਿੰਦੇ ਨੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਸੰਗਤ ਉਪਦੇਸ਼ ਲੈ ਕੇ ਨਦਰੋਂ ਨਦਰ ਨਿਹਾਲ ਹੁੰਦੀ ਹੈ। ਤੇ ਮਹਾਰਾਜ ਚਾਚੇ ਫੱਗੂ ਨੂੰ ਸੰਸਰਾਮ ਨਗਰ ਦਾ ਮੇਨ ਮਸੰਦ ਠਾਪ ਕੇ, ਜਿਹੜਾ ਸਾਰਾ ਦਸੌਂਧ ਇਕੱਠਾ ਕਰਕੇ ਗੁਰੂ ਘਰ ਅਨੰਦਪੁਰ ਸਾਹਿਬ ਭੇਜਦਾ ਸੀ, ਉਹਨਾਂ ਨੂੰ ਬਣਾਇਆ। ਚਾਚੇ ਫੱਗੂ ਨੂੰ ਮਹਾਰਾਜ ਨੇ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਤੇ ਸਾਰੀ ਸੰਗਤ ਨੂੰ ਇਹ ਗੱਲ ਦ੍ਰਿੜ ਕਰਵਾਈ, ਦੇਖੋ ਭਾਈ ਸੰਗਤ ਦਾ ਦਸਵੰਧ ਕਿਸੇ ਤਰ੍ਹਾਂ ਦਾ ਵੀ ਆਵੇ ਉਹ ਪ੍ਰਵਾਨ ਹੈ। ਉਹ ਬੀਬੀ ਨੇ ਗੁੱਸੇ ਨਾਲ ਦਸਵੰਧ ਦਿੱਤਾ ਸੀ ਨਾ, ਗੁਰੂ ਮਹਾਰਾਜ ਨੇ ਤਾਂ ਹੀ ਸਿੱਖ ਨੂੰ ਫਿਰ ਕੀ ਦੇ ਦਿੱਤੇ? ਵਰ ਦੇ ਦਿੱਤੇ। ਗੁਰੂ ਅਮਰਦਾਸ ਮਹਾਰਾਜ ਗੁਰੂ ਨਹੀਂ ਬਣੇ ਸੀ ਅਜੇ, ਤੇ ਜਾ ਕੇ ਮਹਾਰਾਜ ਨੇ ਸੇਵਾ 'ਚ ਗੁਰੂ ਅੰਗਦ ਦੇਵ ਮਹਾਰਾਜ ਦੀ ਸੇਵਾ ਕਰ ਰਹੇ ਸੀ। ਗਾਗਰ ਲੈ ਕੇ ਜਾਂਦੇ ਸੀ, ਰੋਜ਼ ਗਾਗਰ ਲੈ ਕੇ ਸਿਰ ਤੇ 2:30 ਵਜੇ ਚੁੱਕ ਕੇ ਵਾਪਸ ਆਉਣਾ। ਤੇ ਜਦੋਂ ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਦੇ ਸਥਾਨ ਤੋਂ ਜਿੱਥੇ ਇਸ਼ਨਾਨ ਕਰਾਉਂਦੇ ਸੀ, ਥੋੜਾ ਕੁ ਦੂਰ ਰਹਿ ਗਿਆ ਸੀ, ਤੇ ਠੇਡਾ ਵੱਜਿਆ ਤੇ ਜੁਲਾਈ ਨੇ ਮਹਾਰਾਜ ਦਾ ਅੱਧਾ ਨਾਂ ਲਿਆ। ਸਤਿਗੁਰੂ ਮਹਾਰਾਜ ਨੂੰ ਕਬੋਲ ਬੋਲੇ ਗੁਰੂ ਅਮਰਦਾਸ ਮਹਾਰਾਜ ਨੂੰ, ਪਰ ਮਹਾਰਾਜ ਕਹਿੰਦੇ ਮੈਂ ਨਿਥਾਵਾਂ ਨਹੀਂ ਹਾਂ। ਮੈਨੂੰ ਥਾਂ ਦੇਣ ਵਾਲੇ ਗੁਰੂ ਅੰਗਦ ਦੇਵ ਮਹਾਰਾਜ ਨੇ, ਉਹਨਾਂ ਨੇ ਕਹਿਤਾ ਸੀ ਝੱਲੀਏ ਮੈਂ ਨਿਥਾਵਾਂ ਨਹੀਂ ਹਾਂ। ਇੰਨੀ ਗੱਲ ਕਹੀ ਸੀ, ਜੁਲਾਈ ਝੱਲੀ ਹੋ ਗਈ ਸੀ। ਸੋ ਖਾਲਸਾ ਜੀ, ਗੁਰੂ ਘਰ ਦੇ ਅੰਦਰ ਸੇਵਾ ਕਰਨ ਵਾਲਾ ਹਰ ਇੱਕ ਸਿੱਖ ਗੁਰੂ ਦੇ ਬਰਾਬਰ ਦਰਜਾ ਰੱਖਦਾ ਹੈ। ਗੱਲ ਨੂੰ ਭੁੱਲਣਾ ਨਾ, ਕਿਉਂਕਿ ਮਹਾਰਾਜ ਦੀ ਬਾਣੀ ਕਹਿੰਦੀ ਹੈ ਕਿ ਜਿਹੜਾ ਸਿੱਖ ਹੈ ਤੇ ਗੁਰੂ ਹੈ ਉਹ ਸਮਾਨ ਨੇ, ਉਹਨਾਂ ਦੇ ਅੰਦਰ ਫਰਕ ਨਹੀਂ ਹੈ। ਖਾਲਸੇ ਨੂੰ ਮਹਾਰਾਜ ਨੇ 5 ਪਿਆਰਿਆਂ ਨੂੰ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਹੈ, ਤੇ ਗੁਰਦੇਵ ਮਹਾਰਾਜ ਨੂੰ 5 ਪਿਆਰੇ ਕਹਿੰਦੇ ਮਹਾਰਾਜ ਸਾਨੂੰ ਕੀ ਦਓਗੇ? ਅਸੀਂ ਤਾਂ ਸੀਸ ਭੇਟਾ ਕੀਤਾ ਸੀ। ਮਹਾਰਾਜ ਕਹਿੰਦੇ ਤੁਹਾਡੇ ਅੱਗੇ ਤਾਂ ਆਪਣਾ ਸਰਬੰਸ ਵਾਰ ਦਿਆਂਗੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਫਿਰ ਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਸੰਸਰਾਮ ਨਗਰ ਦੇ ਅੰਦਰ ਗੁਰੂ ਘਰ ਬਣਵਾਇਆ, ਖੂਹ ਲਵਾਏ, ਬਾਗ ਪਹਿਲਾਂ ਹੀ ਬਣਿਆ ਸੀ। ਸਤਿਗੁਰੂ ਮਹਾਰਾਜ ਨੇ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ। ਉਪਰੰਤ ਸਤਿਗੁਰੂ ਫਿਰ ਗਿਆ ਨਗਰ ਨੂੰ ਜਾਂਦੇ ਨੇ, ਉਹ ਅਸੀਂ ਇਤਿਹਾਸ ਕੱਲ੍ਹ ਵਿਚਾਰਾਂਗੇ। 5 ਮਿੰਟ ਦਾ ਸਮਾਂ ਰਹਿ ਗਿਆ। ਗੁਰਦੇਵ ਮਹਾਰਾਜ ਦੀ ਗੁਰਬਾਣੀ ਦੀ ਵਿਚਾਰ ਕਰ ਲਈਏ, ਆਖਣਾ ਕਰੀਏ ਸਤਨਾਮ। ਸਤਿਗੁਰੂ ਮਹਾਰਾਜ ਸੋਰਠ ਰਾਗ ਦੇ ਅੰਦਰ ਬਾਣੀ ਉਚਾਰ ਰਹੇ ਨੇ।
ਮਹਾਰਾਜ ਜੀ ਦੇ ਅਸੀਂ ਪਾਵਨ ਪਵਿੱਤਰ ਇਤਿਹਾਸਿਕ ਜਿੱਥੇ ਵਿਚਾਰਾਂ ਕਰ ਰਹੇ ਹਾਂ, ਉੱਥੇ ਗੁਰਬਾਣੀ ਦੀ ਵਿਚਾਰ ਵੀ ਚੱਲ ਰਹੀ ਹੈ। ਗੁਰਦੇਵ ਮਹਾਰਾਜ ਨੇ ਗੌੜੀ ਰਾਗ ਦੇ ਅੰਦਰ 9 ਸ਼ਬਦ ਬਾਬੇ ਬਕਾਲੇ ਉਚਾਰਨ ਕੀਤੇ ਸੀ। ਆਸਾ ਰਾਗ ਦੇ ਅੰਦਰ 1 ਸ਼ਬਦ, ਰਾਗ ਦੇਵ ਗੰਧਾਰੀ ਦੇ ਅੰਦਰ 3 ਸ਼ਬਦ, ਉਪਰੰਤ ਬਿਹਾਗੜੇ ਰਾਗ ਦੇ ਅੰਦਰ 1 ਸ਼ਬਦ 9ਵੇਂ ਪਾਤਸ਼ਾਹ ਦਾ। ਸੋਰਠ ਰਾਗ ਦੇ ਅੰਦਰ ਗੁਰਦੇਵ 9ਵੇਂ ਪਾਤਸ਼ਾਹ ਨੇ 12 ਸ਼ਬਦ ਉਚਾਰਨ ਕੀਤੇ ਨੇ। 8 ਸ਼ਬਦਾਂ ਦੀ ਵਿਚਾਰ ਹੋ ਚੁੱਕੀ ਹੈ। ਇਹ ਜੋ ਅੱਜ ਸ਼ਬਦ ਆ ਰਹੇ ਨੇ ਇਹ ਤ੍ਰਿਵੇਣੀ ਤੇ ਉਚਾਰਨ ਕੀਤੇ ਨੇ ਸੋਰਠ ਰਾਗ ਦੇ। ਜਿਹੜੀ ਅਸੀਂ ਹੁਣੇ ਕਥਾ ਜਿੱਥੇ ਮਹਾਰਾਜ ਨੇ ਅਖੰਡ ਪਾਠ ਸਾਹਿਬ ਪਹਿਲਾਂ ਕਰਾਇਆ ਸੀ 9ਵੇਂ ਪਾਤਸ਼ਾਹ ਨੇ, ਹੁਣ ਗੁਰਦੇਵ ਮਹਾਰਾਜ ਸੋਰਠ ਰਾਗ ਦੇ ਅੰਦਰ ਮਹਾਰਾਜ ਕਹਿੰਦੇ ਇਸ ਜਗਤ ਦੇ ਅੰਦਰ ਕੋਈ ਵੀ ਕਿਸੇ ਦਾ ਮਿੱਤਰ ਨਹੀਂ ਹੈ। ਸਭ ਤੋਂ ਵੱਡਾ ਮਿੱਤਰ ਵੈਸੇ ਬੰਦੇ ਦਾ ਧਨ ਨੂੰ ਮੰਨਿਆ ਗਿਆ ਹੈ। ਜਦੋਂ ਧਨ ਖਤਮ ਹੋ ਜਾਂਦਾ ਹੈ ਤੇ ਬੰਦੇ ਦੇ ਸਾਰੇ ਸਾਕ ਸੰਬੰਧੀ ਉਹਦਾ ਸਾਥ ਛੱਡ ਦਿੰਦੇ ਨੇ। ਇਹ ਗੱਲ ਤੁਹਾਨੂੰ ਸ਼ਾਇਦ ਮੇਰੇ ਤੋਂ ਜ਼ਿਆਦਾ ਵਧੀਆ ਤਰ੍ਹਾਂ ਪਤਾ ਹੋਵੇ। ਦੂਸਰਾ, ਇੱਕ ਬੰਦੇ ਦੇ ਮਿੱਤਰ ਹੁੰਦੇ ਨੇ ਕਰਮ ਉਹਦੇ। ਜੇ ਚੰਗੇ ਕਰਮ ਬੰਦੇ ਦਾ ਸਾਥ ਛੱਡ ਜਾਣ ਤਾਂ ਫਿਰ ਮਹਾਰਾਜ ਕਹਿੰਦੇ ਨੇ ਬਈ ਚੰਗੇ ਕਰਮ ਜੇ ਤੇਰਾ ਸਾਥ ਛੱਡ ਜਾਣ ਤਾਂ ਵੀ ਫੇਰ ਤੈਨੂੰ ਕੋਈ ਨਹੀਂ ਬਚਾ ਸਕਦਾ। ਤੇ ਦੂਸਰੀ, ਇੱਕ ਪ੍ਰਾਣ ਵੀ ਬੰਦੇ ਦੇ ਮਿੱਤਰ ਨੇ ਜੋ ਸਾਡੇ ਚੱਲ ਰਹੇ ਨੇ। ਜੇ ਇਹ ਪ੍ਰਾਣ ਛੱਡ ਜਾਣ ਫਿਰ ਜਿੰਨਾ ਤੁਸੀਂ ਪ੍ਰਪੰਚ ਦੇਖ ਰਹੇ ਹੋ ਇਹ ਸਾਰਾ ਹੀ ਖਤਮ ਹੋ ਜਾਵੇ। ਗੁਰਦੇਵ ਕਹਿੰਦੇ ਇਸ ਜਗਤ ਦੇ ਅੰਦਰ ਨਾ ਪ੍ਰਾਣ, ਨਾ ਧਨ, ਨਾ ਸਾਕ ਸੰਬੰਧੀ ਕੋਈ ਵੀ ਤੇਰਾ ਮਿੱਤਰ ਨਹੀਂ ਹੈ। ਸਗਲ ਜਗਤ ਆਪਣੇ ਸੁਖ ਲਾਗਿਓ, ਦੁਖ ਮੈਂ ਸੰਗ ਨਾ ਹੋਈ। ਗੁਰਦੇਵ ਕਹਿੰਦੇ ਨੇ ਸਾਰਾ ਹੀ ਜਗਤ ਜਿੰਨਾ ਤੂੰ ਦੇਖ ਰਿਹਾ ਹੈ, ਤੇਰੇ ਧੀਆਂ ਪੁੱਤਰ, ਘਰਵਾਲੀ, ਤੇਰੇ ਮਾਤਾ ਪਿਤਾ, ਗੁਰਦੇਵ ਕਹਿੰਦੇ ਸਾਰਾ ਹੀ ਜਿੰਨਾ ਜਗਤ ਹੈ ਨਾ, ਮਹਾਰਾਜ ਕਹਿੰਦੇ ਉਹ ਤੇਰੇ ਦੇ ਨਾਲ ਜੁੜਿਆ ਤਾਂ ਹੋਇਆ ਹੈ, ਉਸ ਦੇ ਅੰਦਰ ਕੋਈ ਦੁਰਾਇਆ ਨਹੀਂ ਹੈ। ਆਪਣੇ ਸੁਖ ਸਿਉ ਲਾਗਿਓ, ਉਹ ਆਪਣੇ ਸੁਖ ਕਰਕੇ ਤੇਰੇ ਨਾਲ ਜੁੜੇ ਨੇ। ਗੁਰਦੇਵ ਮਹਾਰਾਜ ਕਹਿੰਦੇ ਨੇ ਬਈ ਜਦੋਂ ਦੁੱਖ ਮੈਂ ਸੰਗ ਨਾ ਹੋਈ, ਜਦੋਂ ਤੇਰੇ ਤੇ ਦੁੱਖ ਆ ਗਿਆ ਕਿਸੇ ਨੇ ਵੀ ਤੇਰਾ ਸਾਥ ਨਹੀਂ ਦੇਣਾ। ਵਿਸ਼ਰਾਮ ਦੇ ਕੇ ਮਹਾਰਾਜ ਫੁਰਮਾਨ ਕਰਦੇ ਨੇ, ਸਤਿਗੁਰੂ ਮਹਾਰਾਜ ਕਹਿੰਦੇ ਜਿਹੜੀ ਇਸਤਰੀ ਹੈ, ਦਾਰਾ ਦਾ ਅਰਥ ਹੁੰਦਾ ਇਸਤਰੀ, ਮੀਤ, ਤੇਰੇ ਸਾਕ ਸੰਬੰਧੀ, ਦੋਸਤ ਯਾਰ, ਪੁੱਤਰ, ਜਿੰਨੇ ਤੇਰੇ ਰਿਸ਼ਤੇਦਾਰ ਨੇ ਸਾਰੇ ਹੀ ਤੇਰੇ ਧਨ ਦੇ ਮਿੱਤਰ ਨੇ। ਤੂੰ ਨਾ ਜਾਣੀ ਬਈ ਉਹ ਤੇਰੇ ਨਾਲ ਨੇਹ ਕਰਦੇ ਨੇ, ਹੇਤ ਰੱਖਦੇ ਨੇ, ਧਨ ਸਿਉ ਲਾਗੇ, ਉਹ ਤੇਰੇ ਧਨ ਦੇ ਨਾਲ ਪਿਆਰ ਰੱਖਦੇ ਨੇ। ਇਹ ਮੈਂ ਨਹੀਂ ਕਹਿ ਰਿਹਾ, 9ਵੇਂ ਪਾਤਸ਼ਾਹ ਕਹਿ ਰਹੇ ਨੇ। ਇਸ ਗੱਲ ਨੂੰ, ਗੱਲ ਦੇ ਅੰਦਰ 16 ਆਨੇ ਸੱਚਾਈ ਹੈ। ਸੂਰਜ ਤਾਂ ਪੱਛਮ ਚੋਂ ਨਿਕਲ ਸਕਦਾ ਹੈ ਪਰ ਗੁਰਦੇਵ ਦੀ ਬਾਣੀ ਜੋ ਹੈ ਉਹ ਜੁਗੋ ਜੁਗ ਅਟਲ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ, ਦਾਰਾ ਸੰਬੰਧੀ ਜਿੰਨੇ ਮਾਤਾ ਪਿਤਾ ਤੇਰੇ, ਜਿੰਨੇ ਹੋਰ ਇਸਤਰੀ ਧੀਆਂ ਸਭ ਝੂਠੇ ਨੇ, ਉਹਨਾਂ ਦੇ ਨਾਲ ਨੇ ਨਾ ਵਧਾ। ਜਬੀ ਨਿਰਤਨ ਦੇਖਿਓ ਨਰਕੋ, ਸੰਗ ਛਾੜ ਸਭ ਭਾਗੇ। ਗੁਰਦੇਵ ਕਹਿੰਦੇ ਜਦੋਂ ਤੈਨੂੰ ਨਿਰਧਨ ਦੇਖਣਗੇ, ਧਨ ਤੋਂ ਬਗੈਰ ਦੇਖਣਗੇ, ਤੇਰਾ ਸਾਥ ਛੱਡ ਕੇ ਭੱਜ ਜਾਣਗੇ। ਕਹੋ ਕਹਾਈਆ ਮਨ ਬੋਰੇ, ਕੌਣ ਸਿਉ ਨਿਉ ਲਗਾਇਓ। ਕਹੋ ਕਹਾਂ ਜਾਂ ਮਨ ਬੌਰੇ ਕੋ, ਪਰ ਇਸ ਬੌਰੇ ਮਨ ਨੂੰ ਕੀ ਸਮਝਾਈਏ। ਉਹ ਇਹਨਾਂ ਦੇ ਨਾਲ ਹੀ ਨੇਹ ਜੋੜ ਕੇ ਬੈਠਾ। ਧੀਆਂ ਪੁੱਤਰਾਂ ਦੇ ਅੰਦਰੋਂ ਨੇਹ ਟੁੱਟਦਾ ਨਹੀਂ। ਮਹਾਰਾਜ ਕਹਿੰਦੇ ਇਹਦਾ ਸਾਕ ਸੰਬੰਧੀਆਂ ਦੇ ਕੋਲ ਫੇਰ ਜਾਂਦਾ ਹੈ ਬਾਰ-ਬਾਰ ਮੁੜ ਮੁੜ ਕੇ। ਮਹਾਰਾਜ ਕਹਿੰਦਾ ਇਹਦਾ ਬੌਰਾ ਮਨ ਗੁਰ ਸ਼ਬਦ ਵੱਲ ਨਹੀਂ ਹੋੜਦਾ, ਗੁਰ ਸ਼ਬਦ ਦੇ ਅੰਦਰ ਭਿੱਜਦਾ ਨਹੀਂ, ਗੁਰਬਾਣੀ ਨਹੀਂ ਪੜ੍ਹਦਾ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਤੋਂ ਗੁਰੇਜ਼ ਰੱਖਦਾ ਹੈ। ਦੀਨਾਨਾਥ ਸਕਲ ਭੈ ਪੰਜਨ, ਜਸ ਤਾ ਕੋ ਬਿਸਰਾਇਓ। ਦੀਨਾਂ ਨੂੰ ਆਸਰਾ ਦੇਣ ਵਾਲੇ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜਿਹੜਾ ਸਾਰੇ ਭੈ ਨੂੰ ਦੂਰ ਕਰਨ ਵਾਲਾ ਹੈ, ਉਹ ਵਾਹਿਗੁਰੂ ਦੇ ਜਸ ਨੂੰ ਰਸਨਾ ਤੋਂ ਨਹੀਂ ਉਚਾਰਦਾ। ਵਾਹਿਗੁਰੂ 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 ਮੰਤਰ ਰਸਨਾ ਤੋਂ ਨਹੀਂ ਜਪਦਾ। ਉਸ ਨੂੰ ਹੀਏ ਦੇ ਅੰਦਰ ਵਾਹਿਗੁਰੂ ਦੇ ਜਸ ਨੂੰ ਨਹੀਂ ਵਸਾਉਂਦਾ। ਸਵਾਨ ਪੂਛ ਜਿਉ ਭਇਓ ਨਾ ਸੁਧੋ, ਬੋਧ ਚਰਨ ਜੰਤਨ ਮੈਂ ਕੀਨੋ। ਗੁਰਦੇਵ ਕਹਿੰਦੇ ਜਿਸ ਤਰ੍ਹਾਂ ਸਵਾਨ ਦਾ ਅਰਥ ਹੁੰਦਾ ਕੂਕਰ, ਕੁੱਤਾ। ਮਹਾਰਾਜ ਕਹਿੰਦੇ ਇੱਕ ਸਾਧੂ ਨੇ ਬਾਂਸ ਦੇ ਅੰਦਰ
कुत्ते की पूंछ पा के रखी 12 साल, पर फिर उसके अंदर कड्डी दे 3 वल पै गए। गुरुदेव महाराज कहते जिस तरह स्वान की पुछ कुत्ते की पुछ जो भयो ना सूदो वो सीधी नहीं होंदी, उसी तरह ही यह संसार दे अंदर तू गुर शब्द दे अंदर मन नहीं जोड़दा। तू बाहरों का चोला पा लिया, भेख कर लिया, सिक्खी वाला गातरा पाया, पर महाराज कहते 3 वल तेरे च भी पए ने, रजो तमो ते सतो गुण दे, वो वल तेरे भी नहीं निकल रहे। जिद्दां वो 12 साल कुत्ते ने पूंछ पाई पर वल नहीं ना निकले, तेरा भी रजो तमो ते सतो गुण का हंकार अजे गया नहीं। महाराज कहते बहुत जतन तू कर रहा है पर गल बन नहीं रही। नानक लाज बिरद की राखो, नाम तुहारो लीनो। 9वें नानक धन श्री गुरु तेग बहादुर साहब महाराज कहते हे गुरुदेव महाराज अरदास करते ने अकाल पुरख वाहिगुरु नूं, महाराज साड़ी बिरद रखो, लाज रखो, नाम तुहारो लीनो। हे महाराज असी ना तो तुहाडा ही लिया ना, क्योंकि जे कोई कुत्ता गली दे अंदर किसी नूं वढ़ लवे, वो कुत्ते नूं कोई कुछ नहीं कहता, जाके उहदे मालक नूं पुछदे ने कि आ महाराज असी धरती दे उत्ते आके जे कोई गलत काम कर रहे हैं, असी बाणा तो तुहाडा ही धारिया ना, किरपा करो महाराज तुसी साडी लाज रख लो। जिस तरह महाराज तुसी कामारथी सवारथी वाकी पैज सवारी, नरिप कन्या के कारने एक भया भेख धारी। एक महाराज तुसी भेखी दी लाज सवार सकते हो, महाराज गनका नूं तार सकते हो, अजामल नूं महाराज तुसी नारायण शब्द दे के तार सकते हो। असी भी तो महाराज तुहाडा ही नाम जपदे, आखना करो सतनाम। असी भी गुरुदेव वाहिगुरु ही जपदे हाँ, तुहाडा ही नाम जपदे हाँ महाराज। जिद्दां दे भी बुरे फले हम तारे, महाराज असी तुहाडे ही हाँ। किरपा करो महाराज सानू भी नाम की दात दे के बख्शिश करो, सानू भी गुरुदेव तुसी बचा लो। इस अंधकूब संसार दे अंदर महाराज काम क्रोध लोभ मोह अहंकार बहुत प्रचंड है, तुसी अपना नाम दे के सानू बचाओ। किरपा करो बख्शिश करो महाराज, साडे तो नहीं उठिया जाता सवेरे, साडे तो नहीं जप तप हुंदा, पर यह गल सुनी जरूर है बई तुसी बख्शिश करदे हो तो महाराज गूंगे भी गीता दे अर्थ करते हैं, आखना करो सतनाम। पिंगल पर्वत पार परे, पिंगले बंदे भी पर्वतां दे चढ़ते ने, अंधले त्रिभवन सूझिया, अंधियां नूं भी त्रिभवन की सोझी होंदी है। महाराज असी तुहानूं भेंट हो गए हैं, किरपा करो महाराज साडे मन नूं अपने कोल रखो, महाराज साडे तन तो सेवा करवाओ, मन तो वाहिगुरु 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 शब्द जपवाओ, गुरबाणी जपवाओ, साधुआं दा मेल कराओ। सो अन्ने को बचन प्रवान करने, अखीरलियां पंक्तियां पढ़ के समाप्ति है। स्वान पूछ जो भयो ना सूदो, बहुत जतन मैं कीनो, नानक लाज बिरद की राखो, नाम तुहारो लीनो। वाहिगुरु जी का खालसा